ਜਦੋਂ ਗੱਲ ਗੁਰਧਾਮਾਂ ਦੀ ਆਉਂਦੀ ਹੈ, ਉੱਥੇ ਹੋ ਰਹੀਆਂ ਕੁਰੀਤੀਆਂ ਦੀ ਆਉਂਦੀ ਹੈ, ਤਾਂ ਸਿੱਖ ਆਪਣਾ ਆਪਾ ਵਾਰਨ ਤੱਕ ਤਿਆਰ ਹੋ ਜਾਂਦਾ ਏ ਤੇ ਇਸ ਗੱਲ ਦੀ ਹਾਮੀ ਭਰਦੇ ਨੇ ਸਿੱਖ ਇਤਿਹਾਸ ਦੇ ਉਹ ਪੰਨੇ ਜਿਨ੍ਹਾਂ ਦੀ ਸਿਆਹੀ ਸ਼ਹੀਦਾਂ ਦੇ ਖੂਨ ਨਾਲ ਰੰਗੀ ਹੋਈ ਹੈ। ਤਤੀ ਤਵੀ ਤੋਂ ਸ਼ਮਸ਼ੀਰ ਤੱਕ ਦੀ ਗਾਥਾ ਹਰ ਸਿੱਖ ਦੇ ਹਿਰਦੇ ਤੇ ਉੰਕਰੀ ਹੋਈ ਹੈ। 20ਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਵਿੱਚ ਸਿੱਖ ਪੰਥ ਵੱਲੋਂ ਆਪਣੇ ਗੁਰਧਾਮਾਂ ਤੇ ਕਾਬਜ ਮਹੰਤਾਂ ਤੋਂ ਪ੍ਰਬੰਧ ਨੂੰ ਪੰਥਕ ਹੱਥਾਂ ਵਿੱਚ ਲੈਣ ਲਈ ਜੋ ਸਿਰਾਂ ਤੇ ਸ਼ਹੀਦੀ ਕਫਨ ਬੰਨ੍ਹ ਕੇ ਸੰਘਰਸ਼ ਕੀਤਾ ਗਿਆ, ਉਸ ਨੂੰ ਯਾਦ ਕਰਨਾ ਹਰ ਸਿੱਖ ਲਈ ਲਾਜ਼ਮੀ ਹੋ ਜਾਂਦਾ ਹੈ। ਇਸੇ ਸੰਘਰਸ਼ ਦਾ ਹੀ ਹਿੱਸਾ ਹੈ ਸ਼ਹੀਦੀ ਸਾਕਾ ਪਾਉਂਟਾ ਸਾਹਿਬ। ਭਾਵੇਂ ਭਾਰਤ ਆਜ਼ਾਦ ਹੋ ਗਿਆ ਸੀ, ਪਰ ਜਿਹੜੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ 95% ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ, ਉਸੇ ਸਿੱਖ ਕੌਮ ਦੇ ਗੁਰੂ ਧਾਮਾਂ ਤੇ ਅਜੇ ਵੀ ਆਪ ਹੁਦਰੀਆਂ ਕਰਨ ਵਾਲੇ ਮਹੰਤ ਕਾਬਜ ਸਨ। ਜੇਕਰ ਸਿੱਖਾਂ ਨੇ ਮਹੰਤਾਂ ਤੋਂ ਪ੍ਰਬੰਧ ਪੰਥਕ ਹੱਥਾਂ ਵਿੱਚ ਲੈਣ ਲਈ ਸੰਘਰਸ਼ ਕੀਤਾ, ਤਾਂ ਇਸ ਭਾਰਤੀ ਹਕੂਮਤ ਨੇ ਆਜ਼ਾਦੀ ਸੰਘਰਸ਼ ਦਾ ਇਨਾਮ ਦਿੰਦਿਆਂ ਸਿੱਖਾਂ ਤੇ ਅੰਨ੍ਹੇਵਾਹ ਗੋਲੀਆਂ ਭਰਾ ਦਿੱਤੀਆਂ। ਬਚਿੱਤਰ ਨਾਟਕ ਵਿੱਚ ਦਰਜ ਹੈ, ਦੇਸ਼ ਚਾਲ ਹਮ ਤੇ ਪੁਣ ਭਈ ਸਹਿਰ ਪਾਂਵਟਾ ਕੀ ਸੁਧ ਲਈ। ਇਸ ਅਸਥਾਨ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 4 ਸਾਲ ਬਤੀਤ ਕੀਤੇ ਸਨ। ਇਸ ਰਮਣੀਕ ਅਸਥਾਨ ਤੇ ਹੀ ਗੁਰੂ ਜੀ ਨੇ 52 ਕਵੀਆਂ ਦਾ ਦਰਬਾਰ ਬਣਾਇਆ ਸੀ। ਇਸ ਪਾਵਨ ਅਸਥਾਨ ਦਾ ਪ੍ਰਬੰਧ ਜਦੋਂ ਤੱਕ ਮਹੰਤ ਲਹਿਣਾ ਸਿੰਘ ਜੀ ਕੋਲ ਸੀ, ਤਾਂ ਉਸ ਵੱਲੋਂ ਗੁਰੂ ਮਰਿਆਦਾ ਨੂੰ ਬਹਾਲ ਰੱਖਿਆ ਗਿਆ। ਪਰ ਉਹਨਾਂ ਤੋਂ ਬਾਅਦ ਜਦੋਂ ਮਹੰਤ ਗੁਰਦਿਆਲ ਸਿੰਘ ਨੇ ਪ੍ਰਬੰਧ ਸੰਭਾਲਿਆ, ਤਾਂ ਉਸਨੇ ਮਰਿਆਦਾ ਨੂੰ ਢਾਹ ਲਾਉਣੀ ਸ਼ੁਰੂ ਕਰ ਦਿੱਤੀ, ਜਿਸ ਦੇ ਲਈ ਪੰਥ ਵੱਲੋਂ ਸੰਘਰਸ਼ ਕੀਤਾ ਗਿਆ। ਮਹੰਤ ਗੁਰਦਿਆਲ ਸਿੰਘ ਨੇ ਸਰਕਾਰੀ ਦਰਬਾਰੇ ਆਪਣੀ ਚੰਗੀ ਪਹੁੰਚ ਬਣਾ ਲਈ ਸੀ। ਉਸ ਵੱਲੋਂ ਸ਼ਰਾਬਾਂ ਦੇ ਦੌਰ ਗੁਰਦੁਆਰਾ ਸਾਹਿਬ ਦੇ ਅੰਦਰ ਚਲਾਏ ਗਏ। ਇਸ ਨੇ ਸਿੱਖ ਸੰਗਤ ਦੇ ਹਿਰਦਿਆਂ ਨੂੰ ਬਲੂੰਦਰ ਕੇ ਰੱਖ ਦਿੱਤਾ। ਸੰਗਤ ਨੇ ਇਹ ਸਾਰਾ ਦ੍ਰਿਸ਼ ਜਾ ਕੇ ਦੁਆਬੇ ਦੀ ਧਰਤੀ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਤਰਨਾ ਦਲ ਹਰੀਆਂ ਵੇਲਾਂ ਬਾਬਾ ਹਰਭਜਨ ਸਿੰਘ ਜੀ ਦੇ ਅੱਗੇ ਬਿਆਨ ਕੀਤਾ, ਜਿਸ ਉਪਰੰਤ ਮਹੰਤ ਨੂੰ ਤਾੜਨਾ ਕੀਤੀ ਗਈ ਤੇ ਮਰਿਆਦਾ ਬਹਾਲ ਕਰਨ ਲਈ ਕਿਹਾ ਗਿਆ। ਇਸ ਤੋਂ ਬਾਅਦ ਉਹ ਕੁਝ ਸਮਾਂ ਤਾਂ ਠੀਕ ਰਿਹਾ, ਪਰ ਫਿਰ ਵੀ ਉਸਨੇ ਉਹੀਓ ਭੈੜੇ ਕਾਰਜ ਮੁੜ ਤੋਂ ਆਰੰਭ ਕਰ ਦਿੱਤੇ, ਜਿਸ ਉਪਰੰਤ ਇੱਕ ਵਾਰ ਫੇਰ ਬਾਬਾ ਹਰਭਜਨ ਸਿੰਘ ਜੀ ਦੀ ਅਗਵਾਈ ਵਿੱਚ ਸਿੱਖ ਪੰਥ ਜੈਕਾਰੇ ਲਾਉਂਦਾ ਹੋਇਆ ਦਸ਼ਮੇਸ਼ ਪਿਤਾ ਦੀ ਨਗਰੀ ਪਾਉਂਟਾ ਸਾਹਿਬ ਵਿਖੇ ਪਹੁੰਚਿਆ। ਕਿਹਾ ਜਾਂਦਾ ਹੈ ਕਿ ਉਸਨੇ ਨਰੈਣੂ ਮਹੰਤ ਵਾਂਗ ਪਾਉਂਟਾ ਸਾਹਿਬ ਵਿਖੇ ਗੁੰਡੇ ਬੁਲਾ ਰੱਖੇ ਸੀ। ਇੱਥੋਂ ਤੱਕ ਕਿ ਪੁਲਿਸ ਨਾਲ ਵੀ ਗੰਢ ਤੁਪ ਕਰ ਰੱਖੀ ਸੀ। ਸਿੰਘਾਂ ਵੱਲੋਂ ਗੁਰਦੁਆਰਾ ਸਾਹਿਬ ਅੰਦਰ ਸ਼੍ਰੀ ਅਖੰਡ ਪਾਠ ਸਾਹਿਬ ਦੀ ਲੜੀ ਆਰੰਭ ਕਰ ਦਿੱਤੀ ਗਈ। ਇਹ ਗੱਲ ਮਹੰਤ ਨੂੰ ਹਜ਼ਮ ਨਾ ਹੋਈ। ਸਰਕਾਰ ਨੇ ਵੀ ਮਹੰਤ ਦਾ ਸਾਥ ਦਿੱਤਾ। ਬਾਬਾ ਹਰਭਜਨ ਸਿੰਘ ਜੀ ਨੂੰ ਸਮਝੌਤਾ ਕਰਵਾਉਣ ਦੀ ਗੱਲ ਕਹਿ ਕੇ ਗ੍ਰਿਫਤਾਰ ਕਰ ਲਿਆ ਗਿਆ। ਇੱਥੇ ਹੀ ਬਸ ਨਹੀਂ, ਹਿਮਾਚਲ ਪ੍ਰਸ਼ਾਸਨ ਵੱਲੋਂ ਸਿੰਘਾਂ ਨੂੰ ਕਿਹਾ ਗਿਆ ਕਿ ਜੋ ਸਿੰਘ ਅੰਦਰ ਗੁਰਦੁਆਰਾ ਸਾਹਿਬ ਵਿੱਚ ਹਨ, ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਜਾਣ। ਪਰ ਚੱਲਦੀ ਅਖੰਡ ਪਾਠ ਸਾਹਿਬ ਨੂੰ ਛੱਡ ਕੇ ਕੋਈ ਵੀ ਸਿੱਖ ਕਿਵੇਂ ਬਾਹਰ ਆ ਸਕਦਾ ਸੀ? ਪੁਲਿਸ ਵੱਲੋਂ 3 ਵਾਰ ਚੇਤਾਵਨੀ ਦਿੱਤੀ ਗਈ, ਪਰ ਕੋਈ ਵੀ ਸਿੱਖ ਬਾਹਰ ਨਾ ਆਇਆ। ਅੰਤ ਪੁਲਿਸ ਅੰਦਰ ਚਲੀ ਗਈ ਤੇ ਉਹਨਾਂ ਅੰਨ੍ਹੇਵਾਹ ਸਿੱਖਾਂ ਤੇ ਗੋਲੀਆਂ ਵਰਾ ਦਿੱਤੀਆਂ। ਇੱਕ ਵਾਰ ਫੇਰ ਅੰਗਰੇਜ਼ ਹਕੂਮਤ ਦਾ ਉਹ ਦੌਰ ਚੇਤੇ ਕਰਵਾਇਆ ਗਿਆ, ਜਦੋਂ ਨਰੈਣੂ ਮਹੰਤ ਦੀ ਪਿੱਠ ਤੇ ਖੜੀ ਅੰਗਰੇਜ਼ ਹਕੂਮਤ ਨੇ ਸਿੰਘਾਂ ਤੇ ਤਸ਼ੱਦਦ ਢਾਇਆ ਸੀ। ਸਿੰਘ ਅਡੋਲ ਰਹੇ। ਭਾਰਤੀ ਹਕੂਮਤ ਨੇ ਇੱਥੋਂ ਤੱਕ ਕਹਿਰ ਬਰਾ ਦਿੱਤਾ ਕਿ ਤਾਬਿਆ ਬੈਠੇ ਸਿੰਘ ਵੀ ਅੰਨ੍ਹੇਵਾਹ ਗੋਲੀਆਂ ਚਲਾਈਆਂ ਨਾਲ ਸ਼ਹੀਦ ਹੋ ਗਏ। ਉਹ ਪਾਵਨ ਰਮਣੀਕ ਅਸਥਾਨ ਤੇ ਭਾਰਤੀ ਪੁਲਿਸ ਨੇ ਸਿੰਘਾਂ ਦੀਆਂ ਲਾਸ਼ਾਂ ਵਿਛਾ ਦਿੱਤੀਆਂ। ਤਸ਼ੱਦਦ ਦਾ ਇਹ ਕਹਿਰ ਇੱਥੇ ਹੀ ਨਹੀਂ ਰੁਕਿਆ, ਬਲਕਿ ਜ਼ਖਮੀ ਸਿੰਘਾਂ ਨੂੰ ਲੋਹੇ ਦੀਆਂ ਰਾਡਾਂ ਮਾਰ ਕੇ ਸ਼ਹੀਦ ਕੀਤਾ ਗਿਆ। ਇਸ ਖੂਨੀ ਸਾਕੇ ਦੌਰਾਨ 11 ਸਿੰਘ ਸ਼ਹੀਦ ਹੋਏ ਤੇ ਕਈ ਸਿੰਘ ਜ਼ਖਮੀ ਹੋ ਗਏ। ਉਹਨਾਂ ਜ਼ਖਮੀ ਸਿੰਘਾਂ ਵਿੱਚੋਂ ਹਨ ਬਾਬਾ ਨਿਹਾਲ ਸਿੰਘ ਮੁਖੀ ਹਰੀਆਂ ਵੇਲਾਂ, ਜਿਨ੍ਹਾਂ ਭਾਰਤੀ ਹਕੂਮਤ ਦੇ ਤਸ਼ੱਦਦ ਦਾ ਉਹ ਸਿਖਰ ਆਪਣੇ ਪਿੰਡੇ ਤੇ ਹੰਢਾਇਆ ਤੇ ਪੰਥ ਨੇ ਉਹਨਾਂ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਬਖਸ਼ਿਸ਼ ਕੀਤਾ। ਸਾਕਾ ਪਾਉਂਟਾ ਸਾਹਿਬ ਦੇ ਮਹਾਨ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਕੋਟਾਨ ਕੋਟ ਪ੍ਰਣਾਮ।